ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਉਹਦਾ ਰੀਜ਼ਨ ਇਹ ਹੈ ਜੀ ਵੀ ਅਸੀਂ ਅਕਾਲੀ ਹਾਂ, ਅਕਾਲੀ ਰਹਿਣਾ ਹੈ, ਅਕਾਲੀ ਜੰਮਿਆ, ਅਕਾਲੀ ਮਰਾਂਗੇ। ਇਹ ਪਾਰਟੀ 'ਚ ਦੇਖੋ ਟਕਸਾਲੀ ਵੀ ਆ ਗਏ ਨੇ ਪ੍ਰਧਾਨ ਸਾਹਿਬ ਨੂੰ ਛੱਡ ਕੇ ਤਕਰੀਬਨ। ਤੁਹਾਡੇ ਪੁਰਾਣੇ ਦੋਸਤ, ਪੁਰਾਣੇ ਸਾਥੀ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੇ ਜਦੋਂ ਤੁਸੀਂ ਨਵੀਂ ਪਾਰਟੀ ਦੀ ਘੋਸ਼ਣਾ ਕੀਤੀ, ਉਸ ਤੋਂ ਬਾਅਦ ਇਹ ਕਿਹਾ ਕਿ ਮੇਰੀ ਪਿੱਠ 'ਚ ਢੀਂਡਸਾ ਸਾਹਿਬ ਨੇ ਛੁਰਾ ਘੋਪਿਆ। ਦੇਖੋ ਮੈਂ ਤਾਂ ਅੱਜ ਵੀ ਉਹਨਾਂ ਦੀ ਇੱਜ਼ਤ ਕਰਦਾ, ਬੇਇੰਤਹਾ ਇੱਜ਼ਤ ਕਰਦਾ। ਮੇਰੇ ਨਾਲ ਬੜਾ ਅਸੀਂ ਲੜਾਈਆਂ ਇਕੱਠੇ ਲੜੀਆਂ। ਮੇਰਾ ਦੱਸਦੇ ਨੂੰ ਕੀ ਕਸੂਰ ਹੈ। ਇਸ ਕਰਕੇ ਮੈਂ ਫਿਰ ਵੀ ਅਪੀਲ ਕਰਦਾ ਕਿ ਆਓ ਆਪਾਂ ਅਕਾਲ ਤਖਤ ਸਾਹਿਬ ਤੇ ਫਿਰ ਜਾ ਕੇ ਅਰਦਾਸ ਕਰ ਸਕਦੇ ਹਾਂ ਕਿ ਆਪਾਂ ਮਰਜ਼ ਕਰੀਏ ਔਰ ਮਰਜ਼ ਕਰਕੇ ਹੋ ਚੁੱਕਿਆ ਵੀ ਅਸੀਂ ਅਸੈਂਬਲੀ ਵੀ ਇਲੈਕਸ਼ਨ ਲੜਾਂਗੇ, ਪਾਰਲੀਮੈਂਟ ਵੀ ਲੜਾਂਗੇ। ਬ੍ਰਹਮਪੁਰਾ ਜੀ ਇਹ ਕਹਿ ਰਹੇ ਨੇ ਤੁਸੀਂ ਬੀਜੇਪੀ ਦੇ ਹੱਥ ਦੀ ਕਠਪੁਤਲੀ ਹੋ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕੀ ਲਾਉਂਦਾ। ਕਿਹਾ ਇਹ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅੱਜ ਤੋਂ 3-4 ਦਸ਼ਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋਇਆ ਸੀਗਾ। ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨਵੀਂ ਪਾਰਟੀ ਬਣਾਈ ਸੀਗੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਮ ਤੋਂ ਬਣੀ ਸੀਗੀ। ਪਹਿਲੇ ਉਹਨਾਂ ਨੂੰ ਤੀਰ ਕਮਾਨ ਜਿਹੜਾ ਹੈ ਚੋਣ ਨਿਸ਼ਾਨ ਮਿਲਿਆ ਸੀਗਾ। ਬਾਅਦ 'ਚੋਂ ਉਹਨਾਂ ਨੇ ਤਕੜੀ ਵੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਸੀਗਾ ਉਹ ਖੋਹ ਲਈ ਸੀਗੀ। ਹੁਣ ਫਿਰ ਸ਼੍ਰੋਮਣੀ ਅਕਾਲੀ ਦਲ ਦੁਆਰਾ ਫਿਰ ਵਜੂਦ 'ਚ ਆ ਗਿਆ। ਸੁਖਦੇਵ ਸਿੰਘ ਢੀਂਡਸਾ ਜੋ ਕਿ ਰਾਜ ਸਭਾ ਦੇ ਮੈਂਬਰ ਹੈ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾ ਦਿੱਤਾ ਹੈ ਔਰ ਉਸ ਦੀ ਬਕਾਇਦਾ ਘੋਸ਼ਣਾ ਵੀ ਕਰ ਦਿੱਤੀ ਹੈ। ਇਸ ਦੀ ਅਗਲੀ ਰੂਪਰੇਖਾ ਕੀ ਰਹੇਗੀ, ਗਤੀਵਿਧੀਆਂ ਕੀ ਹੋਣਗੀਆਂ, ਇਹ ਸਾਰਿਆਂ ਦੀ ਗੱਲਬਾਤ ਅਸੀਂ ਢੀਂਡਸਾ ਸਾਹਿਬ ਨਾਲ ਗੱਲਬਾਤ ਕਰਕੇ ਜਾਣਦੇ ਹਾਂ। ਢੀਂਡਸਾ ਸਾਹਿਬ ਸਾਡੇ ਨਾਲ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਢੀਂਡਸਾ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਤੁਸੀਂ ਨਵੀਂ ਪਾਰਟੀ ਦਾ ਗਠਨ ਕੀਤਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ। ਬਾਕੀ ਵਰਕਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਢੀਂਡਸਾ ਸਾਹਿਬ, 1985 'ਚ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋਇਆ ਸੀਗਾ ਅਤੇ ਹੁਣ ਫਿਰ ਸ਼੍ਰੋਮਣੀ ਅਕਾਲੀ ਦਲ ਹੁਣ ਬਾਦਲ ਜਿਹੜਾ ਹੈ, ਤੁਸੀਂ ਬਾਦਲ 'ਚੋਂ ਨਿਕਲ ਕੇ ਦੁਬਾਰਾ ਫਿਰ ਤੁਸੀਂ ਉਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ। ਇਸ ਦਾ ਕੀ ਰੀਜ਼ਨ ਕੀ ਰਿਹਾ? ਉਹਦਾ ਰੀਜ਼ਨ ਇਹ ਹੈ ਜੀ ਵੀ ਅਸੀਂ ਅਕਾਲੀ ਹਾਂ, ਅਕਾਲੀ ਰਹਿਣਾ ਹੈ, ਅਕਾਲੀ ਜੰਮਿਆ, ਅਕਾਲੀ ਮਰਾਂਗੇ। ਮੈਨੂੰ ਵੀ ਪਰਮਿੰਦਰ ਨੂੰ ਉਹਨਾਂ ਨੇ ਆਪਦੀ ਵੱਡੀ ਮੀਟਿੰਗ ਕਰਕੇ ਸੰਗਰੂਰ ਕੱਢਿਆ ਸੀਗੇ ਪਾਰਟੀ 'ਚੋਂ। ਫਿਰ ਉਹਨਾਂ ਨੇ ਕੋਰ ਕਮੇਟੀ ਬਣਾ ਕੇ ਵੀ ਕੱਢਤਾ। ਅਸੀਂ 23 ਤਾਰੀਖ ਨੂੰ ਕੀਤਾ, ਅਸੀਂ ਉਹਨੂੰ ਕੱਢਤਾ ਸੀ, ਉਹਨੂੰ ਪ੍ਰਧਾਨਗੀ ਤੋਂ ਹਟਾਤਾ ਸੀ। ਅਤੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਕੱਲ੍ਹ ਫੈਸਲਾ ਇਹ ਕੀਤਾ ਸਾਰਿਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਉਹ ਬਾਦਲ ਲਿਖਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ, ਅਸੀਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਆਪਾਂ ਬਣਾਈਏ। ਕਿਉਂਕਿ ਸ਼੍ਰੋਮਣੀ ਅਕਾਲੀ ਦਲ 'ਚ ਹੀ ਅਸੀਂ ਹੋਇਆ, ਕਿਸੇ ਕੱਢਣ ਨਾਲ ਤਾਂ ਅਸੀਂ ਅਕਾਲੀ ਤੋਂ ਨਹੀਂ ਹਟ ਸਕਦੇ। ਇਸ ਕਰਕੇ ਉਹ ਵਰਕਰਾਂ ਦਾ ਫੈਸਲਾ ਸੀ, ਮੇਰਾ ਨਹੀਂ ਸੀ। ਢੀਂਡਸਾ ਸਾਹਿਬ, ਜਦੋਂ 1985 'ਚ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋਇਆ, ਉਸ ਟਾਈਮ ਜਿਸ ਟਾਈਮ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਬਣਿਆ, ਉਸ ਟਾਈਮ ਤੁਸੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਬਾਦਲ ਜਿਹੜਾ ਗਰੁੱਪ ਬਣਿਆ ਸੀ ਉਹ ਜੁਆਇਨ ਕੀਤਾ ਸੀਗਾ। ਉਹ ਰੀਜ਼ਨ ਅਤੇ ਅੱਜ ਦੇ ਰੀਜ਼ਨ 'ਚ ਕੀ ਫਰਕ ਨਜ਼ਰ ਆਉਂਦਾ? ਉਹੀ ਰੀਜ਼ਨ ਹੁਣ ਇਹਨਾਂ ਬਲ ਨੇ। ਮੈਂ ਦੱਸਦਾ ਵੀ ਉਦੋਂ ਬਰਨਾਲਾ ਸਾਹਿਬ ਨੇ ਪਹਿਲਾਂ ਤਾਂ ਪੁਲਿਸ ਭੇਜੀ ਹਰਿਮੰਦਰ ਸਾਹਿਬ 'ਚ, ਜੋ ਇੰਦਰਾ ਗਾਂਧੀ ਨੇ ਕੀਤਾ ਸੀ, ਫੌਜ ਭੇਜੀ ਸੀ। ਇਹ ਸਾਬਤ ਕਰਤਾ ਵੀ ਅਕਾਲੀ ਦਲ ਦੀ ਸਰਕਾਰ ਵੀ ਉਹੀ ਕਰਦੀ ਹੈ। ਇਸ ਕਰਕੇ ਉਹਨਾਂ ਨੇ ਸਾਰੇ ਸਿਧਾਂਤ ਤੋੜ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਦਨਾਮ ਕਰਤਾ ਸਰਕਾਰ ਲਈ। ਸੈਂਟਰ ਨਾਲ ਮਿਲ ਕੇ ਸਰਕਾਰ ਬਣਾ ਕੇ ਉਹਦੇ 'ਚ ਉਹਨਾਂ ਦੇ ਇਸ਼ਾਰਿਆਂ 'ਤੇ ਹੀ ਚੱਲਦੇ ਰਹੇ। ਅਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਬਦਨਾਮ ਕਰ ਦਿੱਤਾ। ਇਸ ਕਰਕੇ ਆਪਾਂ ਇਹਨਾਂ ਤੋਂ ਅੱਡ ਹੋਈਏ। ਉਹਨਾਂ ਨੂੰ ਉਦੋਂ ਸਾਨੂੰ ਵੀ ਸਾਰਿਆਂ ਨੂੰ ਕੱਢ ਦਿੱਤਾ ਸੀ, ਕੱਢ ਨਹੀਂ ਦਿੱਤਾ ਸੀ, ਬਲਕਿ ਸਾਨੂੰ ਤਾਂ ਪਾਰਟੀ ਤੋਂ ਅਸੈਂਬਲੀ 'ਚੋਂ ਹੀ ਡਿਸਕੁਆਲੀਫਾਈ ਕਰਤਾ ਸੀ, ਸਪੀਕਰ ਤੋਂ ਕਰਾਤਾ ਸੀ। ਉਹੀ ਗੱਲ ਹੁਣ ਹੈ। ਹੁਣ ਕੀ ਹੈ ਕਿ ਇੰਨਾ ਕੁਛ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਇੰਨੀ ਚੱਲ ਰਹੀ ਹੈ, ਉਹਦੇ 'ਚ ਉਵੇਂ ਜਿਵੇਂ ਹੋ ਰਿਹਾ ਵੀ ਗੁਰਦੁਆਰਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ 'ਚ ਕੋਈ ਡੈਮੋਕ੍ਰੇਸੀ ਨਹੀਂ ਰਹੀ। ਸ਼੍ਰੋਮਣੀ ਅਕਾਲੀ ਦਲ ਇਸ ਤਰੀਕੇ ਨਾਲ ਚੱਲਿਆ ਵੀ ਇੱਕ ਬੰਦੇ ਦੇ ਹੱਥ ਵਿੱਚ ਆ ਗਿਆ। ਇਸ ਕਰਕੇ ਫੈਸਲਾ ਅਸੀਂ ਕੀਤਾ ਕਿ ਨਹੀਂ, ਇਸ ਤਰ੍ਹਾਂ ਨਾ ਸ਼੍ਰੋਮਣੀ ਅਕਾਲੀ ਦਲ ਚੱਲ ਸਕਦਾ, ਨਾ ਸ਼੍ਰੋਮਣੀ ਕਮੇਟੀ।
ਜਿਹਦੇ ਹੁਣ ਇੰਨੇ ਵੱਡੇ ਸਕੈਂਡਲ ਹੋ ਰਹੇ ਨੇ ਜੋ ਰੋਜ਼ ਸ਼੍ਰੋਮਣੀ ਕਮੇਟੀ 'ਚ, ਤੇ ਉਹ ਚੁੱਪ ਕਰਕੇ ਬੈਠੇ ਨੇ ਔਰ ਚੁੱਪ ਕਰਕੇ ਸਹੀ ਜਾਂਦੇ। ਸਹੀ ਇਸ ਕਰਕੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪ ਉਹਨਾਂ 'ਚ ਕਮਜ਼ੋਰੀਆਂ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਥੋੜ੍ਹਾ ਹੈ ਕਿ ਗੁਰਦੁਆਰਿਆਂ ਨੂੰ ਲੁੱਟ ਲਓ ਔਰ ਗੁਰਦੁਆਰੇ ਸਾਹਿਬਾਨ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਔਰ 267 ਸਰੂਪ ਹੀ ਨਹੀਂ ਪਤਾ ਕਿੱਥੇ ਨੇ ਔਰ ਬਰਗਾੜੀ ਵਾਲੇ ਕੇਸ ਹੋਣ। ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਵਰਕਰਾਂ 'ਚ ਮਾਯੂਸੀ ਆਈ ਅਤੇ ਵਰਕਰਾਂ 'ਚ ਇੱਕ ਜੋਸ਼ ਆਇਆ ਕਿ ਨਹੀਂ, ਉਹਨਾਂ ਦੇ ਖਿਲਾਫ ਵੀ ਸਾਨੂੰ ਲੜਨਾ ਚਾਹੀਦਾ। ਜਿਹੜਾ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਗਠਿਤ ਕੀਤਾ ਹੈ, ਇਸ ਦਾ ਕੀ ਟੈਕਨੀਕਲ ਕੀ ਰਹੇਗਾ? ਮਤਲਬ ਕਿ ਚੋਣ ਨਿਸ਼ਾਨ ਪਹਿਲੇ ਸ਼੍ਰੋਮਣੀ ਅਕਾਲੀ ਦਲ ਕੋਲ ਸੀਗਾ ਟੱਕਰੀ, ਉਹ ਬਾਦਲ ਗਰੁੱਪ ਕੋਲ ਚਲਾ ਗਿਆ, ਹੁਣ ਕੀ ਉਹ ਵਾਪਸ ਆਏਗਾ? ਕੀ ਰਹੇਗਾ ਟੈਕਨੀਕਲ, ਕੀ ਰਹੇਗਾ? ਨਹੀਂ, ਟੈਕਨੀਕਲ ਤਾਂ ਹੁਣ ਫੈਸਲਾ ਕਰਨਾ ਇਲੈਕਸ਼ਨ ਕਮਿਸ਼ਨ ਨੇ। ਅਸੀਂ ਕਲੇਮ ਕਰਾਂਗੇ ਕਿ ਸਾਡਾ ਹੱਕ ਹੈ। ਚਲੋ ਨਹੀਂ ਹੋਊਗਾ ਫਿਰ ਕੋਈ ਤਰੀਕਾ ਹੋਰ ਲੈ ਲਾਂਗੇ, ਕੋਈ ਨਿਸ਼ਾਨ ਜੇ ਨਾਮ ਮਿਲੂਗਾ, ਕੋਈ ਐਸੀ ਗੱਲ ਨਹੀਂ ਹੈ ਸਾਡੀ। ਅਸੀਂ ਤਾਂ ਸਿਰਫ ਲੋਕਾਂ ਨੂੰ ਦੱਸਣਾ ਸੀ ਇਹਨਾਂ ਕਿ ਭਾਈ ਅਸਲੀ ਸ਼੍ਰੋਮਣੀ ਅਕਾਲੀ ਦਲ ਅਸੀਂ ਹਾਂ, ਇਹ ਨਕਲੀ ਨੇ, ਇਹਨਾਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਦਿੱਤਾ। ਜਿਹੜੇ ਸੱਚੇ ਸੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹ ਸਾਡੇ ਨਾਲ ਜੁੜੇ ਨੇ ਔਰ ਜੁੜ ਰਹੇ ਨੇ। ਤੁਹਾਡੀ ਬਰਨਾਲਾ ਗਰੁੱਪ ਤਾਂ ਖਤਮ ਹੋ ਗਿਆ, ਉਹਨਾਂ ਦੇ ਕਿਸੇ ਅੱਗੇ ਜਿਹੜਾ ਸ਼ਾਇਦ ਹਾਲੇ, ਕਿਉਂਕਿ ਉਸ ਟਾਈਮ ਮਤਲਬ ਕਿ ਉਹਨੂੰ ਮਾਨਤਾ ਪ੍ਰਾਪਤ ਸੀਗੀ, ਉਹਨਾਂ ਕੋਲ ਚੋਣ ਨਿਸ਼ਾਨ ਵੀ ਸੀਗਾ, ਕਿਸੇ ਨਾਲ ਗੱਲਬਾਤ ਹੋਈ ਹੈ ਵੀ ਜਿਹੜਾ ਉਹ ਨਾਮ ਸੀਗਾ, ਜਿਹੜਾ ਉਹ ਚੋਣ ਨਿਸ਼ਾਨ ਸੀਗਾ, ਤਾਂ ਕਿ ਉਹਨੂੰ ਦੁਬਾਰਾ ਵਾਪਸ ਲਿੱਤਾ ਜਾ ਸਕੇ? ਨਹੀਂ, ਮੇਰੀ ਕੋਈ ਗੱਲ ਨਹੀਂ ਕਿਸੇ ਨਾਲ ਹੋਈ, ਸਹੀ ਗੱਲ ਤੁਹਾਨੂੰ ਦੱਸੀਏ। ਅਤੇ ਅਜੇ ਤਾਂ ਕੱਲ੍ਹ ਹੀ ਹੋਇਆ, ਹੁਣ ਅੱਗੇ ਗੱਲ ਕਰਾਂਗੇ ਕੌਣ ਕੌਣ ਬੰਦੇ ਸਾਡੇ ਨਾਲ ਆਉਂਦੇ ਨੇ। ਢੀਂਡਸਾ ਸਾਹਿਬ, ਸੁਖਬੀਰ ਬਾਦਲ ਨੂੰ ਜਦੋਂ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਤੁਸੀਂ ਲਗਾਤਾਰ ਪਾਰਟੀ ਵਿੱਚ ਰਹਿ ਕੇ ਆਵਾਜ਼ ਉਠਾਉਂਦੇ ਰਹੇ, ਫਿਰ ਤੁਹਾਨੂੰ ਪਾਰਟੀ 'ਚੋਂ ਉਹਨਾਂ ਨੇ ਕੱਢ ਦਿੱਤਾ। 6 ਮਹੀਨੇ ਤੁਹਾਨੂੰ ਲੱਗ ਗਏ ਸੋਚਣ ਵਿਚਾਰ ਕਰਨ ਲੱਗੇ ਵੀ ਹਾਂ ਕੀ ਕਰਨਾ ਚਾਹੀਦਾ। ਹੁਣ ਦੁਬਾਰਾ ਫਿਰ ਤੁਸੀਂ ਫੀਲਡ 'ਚ ਆਏ ਹੋ, ਨਹੀਂ ਤੁਸੀਂ ਪਾਰਟੀ ਦਾ ਗਠਨ ਕਰ ਦਿੱਤਾ, ਨਹੀਂ ਕਹਿ ਲਈਏ ਜਾਂ ਆਪਾਂ ਪੁਰਾਣੀ ਪਾਰਟੀ ਨੂੰ ਦੁਬਾਰਾ ਤੁਸੀਂ ਵਜੂਦ 'ਚ ਲੈ ਆਏ ਹੋ। ਹੁਣ ਅਗਲੀ ਗਤੀਵਿਧੀਆਂ ਕੀ ਰਹਿਣਗੀਆਂ ਪਾਰਟੀ 'ਚ? ਤੁਹਾਡੇ ਇਲਾਵਾ ਹੋਰ ਕੌਣ ਕੌਣ ਸ਼ਾਮਿਲ ਰਹਿਣਗੇ? ਨਹੀਂ, ਪਾਰਟੀ 'ਚ ਦੇਖੋ ਟਕਸਾਲੀ ਵੀ ਆ ਗਏ ਨੇ ਪ੍ਰਧਾਨ ਸਾਹਿਬ ਨੂੰ ਛੱਡ ਕੇ, ਤਕਰੀਬਨ ਉਹ ਹੋਰ ਵੀ ਸਾਡੇ ਨਾਲ ਅਕਾਲੀ ਤੋਂ ਜੁੜ ਰਹੇ ਨੇ। ਜਿਹੜੇ ਅਕਾਲੀ ਘਰਾਂ 'ਚ ਬੈਠੇ ਸੀ ਜਾਂ ਦੂਜੀਆਂ ਪਾਰਟੀਆਂ ਜਿਵੇਂ ਕਾਂਗਰਸ ਚਲੇ ਗਏ ਸੀ ਜਾਂ ਕਿਸੇ ਹੋਰ ਪਾਰਟੀ ਚਲੇ ਗਏ, ਆਹਿਸਤਾ ਉਹ ਸਾਡੇ ਨਾਲ ਸਾਰੇ ਆ ਰਹੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ ਹੈ। ਔਰ ਇਸ ਤੋਂ ਇਲਾਵਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਵੀ ਆਏ ਜਾਂ ਅਜੇ ਉਹਨਾਂ ਦੀਆਂ ਕੋਈ ਮਜਬੂਰੀਆਂ ਨੇ, ਉਹ ਵੀ ਸਾਡੇ ਨਾਲ ਸਹਿਮਤ ਨੇ ਕਿ ਅਸੀਂ ਜਿਵੇਂ ਜਾਗੋ ਪਾਰਟੀ ਬਣਾਈ ਹੈ ਜੀਕੇ ਨੇ, ਔਰ ਸਾਹਿਬ ਬਲਵੰਤ ਸਿੰਘ ਰਾਮੂ ਵਾਲੇ ਦੀ ਆਪਣੀ ਪਾਰਟੀ ਹੈ, ਸਮਾਜਵਾਦੀ ਪਾਰਟੀ ਦੇ ਮੈਂਬਰ ਨੇ, ਉਹ ਉੱਥੇ MLC ਵੀ ਨੇ, ਉਹਨਾਂ ਦੀਆਂ ਉਹ ਸਾਡੇ ਨਾਲ ਸਹਿਮਤ ਨੇ, ਸਾਡੇ ਪ੍ਰੋਗਰਾਮ ਨਾਲ ਸਹਿਮਤ ਨੇ, ਲੇਕਿਨ ਉਹ ਟੈਕਨੀਕਲ ਗੱਲਾਂ ਕਰਕੇ ਪਾਰਟੀ 'ਚ ਨਹੀਂ ਸ਼ਾਮਲ ਹੋ ਸਕਦੇ। ਇਸ ਕਰਕੇ ਕਈ ਹੈ ਨੇ ਅਤੇ ਸਾਡੇ ਨਾਲ ਬਾਹਰਲੇ ਸੂਬਿਆਂ ਦੇ ਵਿੱਚ ਬਾਹਰਲੀ ਦੁਨੀਆ ਵਿੱਚ ਜੁੜ ਰਹੇ ਨੇ ਲੋਕ। ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਅਸਲੀ ਮਾਇਨੇ 'ਚ ਲਿਆਵਾਂਗੇ। ਜੇ ਸਾਨੂੰ ਨਿਸ਼ਾਨ ਨਹੀਂ ਵੀ ਮਿਲੇਗਾ, ਕੋਈ ਐਸੀ ਗੱਲ ਹੋ ਜਾਏਗੀ ਉਹਦਾ ਇਲੈਕਸ਼ਨ ਕਮਿਸ਼ਨ 'ਤੇ ਹੈ, ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਰਹੇਗਾ। ਇਸ ਕਰਕੇ ਸਾਡੇ ਨਾਲ ਜੁੜ ਰਹੇ ਨੇ ਸਾਰੇ। ਔਰ ਤੁਸੀਂ 2-3 ਮਹੀਨਿਆਂ 'ਚ ਦੇਖੋਗੇ ਜਿਹੜੀ ਤੁਸੀਂ ਕਹੀਏ ਵੀ ਹੁਣ ਤੱਕ ਕਿਉਂ ਬੜੀ ਲੰਮਾ ਸਮਾਂ ਪਹਿਲਾਂ ਵਰਕਰ ਨਾਲ ਰਹਿ ਕੀਤੀ, ਕਿਵੇਂ ਹੋਊਗਾ, ਚੱਲਾਂਗੇ, ਕਰਾਵਾਂਗੇ, ਉਹ ਨਾਲ ਰਹਿ ਰੂ ਕਰਕੇ ਜਦੋਂ ਅਸੀਂ ਇਕੱਠੇ ਹੋ ਗਏ, ਕੁਛ ਵਰਕਰਾਂ ਮੇਰੇ ਨਾਲ ਜੁਆਇਨ ਕਰਨਾ ਸ਼ੁਰੂ ਕਰਤਾ, ਉਸ ਤੋਂ ਬਾਅਦ ਸੋਚਿਆ ਵੀ ਆਪਾਂ ਨੂੰ ਪਾਰਟੀ ਬਣਾ ਕੇ ਤੁਰਨਾ ਚਾਹੀਦਾ। ਤੁਹਾਡੇ ਪੁਰਾਣੇ ਦੋਸਤ, ਪੁਰਾਣੇ ਸਾਥੀ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੇ ਜਦੋਂ ਤੁਸੀਂ ਨਵੀਂ ਪਾਰਟੀ ਦੀ ਘੋਸ਼ਣਾ ਕੀਤੀ, ਉਸ ਤੋਂ ਬਾਅਦ ਇਹ ਕਿਹਾ ਕਿ ਮੇਰੀ ਪਿੱਠ 'ਚ ਢੀਂਡਸਾ ਸਾਹਿਬ ਨੇ ਛੁਰਾ ਘੋਪਿਆ। ਦੇਖੋ, ਮੈਂ ਤਾਂ ਅੱਜ ਵੀ ਉਹਨਾਂ ਦੀ ਇੱਜ਼ਤ ਕਰਦਾ, ਬੇਇੰਤਹਾ ਇੱਜ਼ਤ ਕਰਦਾ। ਮੇਰੇ ਨਾਲ ਬੜਾ ਅਸੀਂ ਲੜਾਈਆਂ ਇਕੱਠੇ ਲੜੇ ਹਾਂ। ਮੇਰਾ ਦੱਸਦੇ ਨੂੰ ਕੀ ਕਸੂਰ ਹੈ? ਮੈਂ ਤਾਂ ਪਹਿਲਾਂ ਕਹਿਤਾ ਸੀ ਮੈਂ ਟਕਸਾਲੀ ਦਾ ਪ੍ਰਧਾਨ ਨਹੀਂ ਬਣ ਸਕਦਾ, ਮੇਰੇ ਵਰਕਰ ਨਹੀਂ ਚਾਹੁੰਦੇ, ਅਤੇ ਮੈਂ ਤਾਂ ਸ਼ੁਰਾ ਤਾਂ ਮਾਰਾਂ ਜੇ ਮੈਂ ਪਹਿਲਾਂ ਉਹਨਾਂ ਦੀ ਪਾਰਟੀ ਦੀ ਪ੍ਰਧਾਨਗੀ ਲੈ ਲਈ ਹੋਵੇ, ਫਿਰ ਛੱਡ ਦਿੱਤੀ ਹੋਵੇ। ਜਿਹੜੇ ਉਹਨਾਂ ਦੇ ਬੰਦੇ ਆਏ ਨੇ ਉਹ ਮੇਰਾ ਉਹਦਾ ਜਿਨ੍ਹਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗੀਆਂ ਵੀ ਇਹ ਪਾਲਿਸੀਆਂ ਠੀਕ ਨੇ, ਅਕਾਲੀ ਦਲ ਨੂੰ ਬਚਾਉਣ ਵਾਲੀਆਂ, ਉਹ ਮੇਰੇ ਨਾਲ ਆ ਕੇ, ਮੈਂ ਤਾਂ ਕੋਈ ਨਹੀਂ ਕੀਤਾ। ਮੈਂ ਉਹਦੀ ਪਿੱਠ 'ਚ ਕੀ ਛੁਰਾ? ਮੈਂ ਅੱਜ ਵੀ ਬੇਨਤੀ ਕਰਨਾ ਚਾਹੁੰਦਾ, ਵੱਡਾ ਭਰਾ ਹੈ ਮੇਰਾ, ਵੱਡਾ ਪਤਾ ਨਹੀਂ ਛੋਟਾ, 2 ਮਹੀਨੇ 4 ਮਹੀਨਿਆਂ ਦਾ ਫਰਕ ਹੈ ਸਾਡਾ, ਇਕੱਠੇ ਕੰਮ ਕੀਤਾ ਹੈ,
ਤੇ ਡਿਫਰੈਂਸਿਸ ਹੈਗੇ ਸੀਗੇ ਵੀ ਪਾਰਟੀਆਂ ਦੇ, ਹੋਰ ਸਾਡੇ ਕੋਈ ਡਿਫਰੈਂਸ ਨਹੀਂ। ਡਿਫਰੈਂਸਿਸ ਸਾਡੇ ਸੀਗੇ ਸਿਰਫ ਵੀ ਉਹ ਕਹਿੰਦੇ ਟਕਸਾਲੀ ਦੇ ਪ੍ਰਧਾਨ ਬਣ ਜਾਓ, ਮੈਂ ਕਿਹਾ ਮੈਂ ਟਕਸਾਲੀ ਦਾ ਪ੍ਰਧਾਨ ਇਸ ਹਿਸਾਬ ਨਾਲ ਨਹੀਂ ਬਣ ਸਕਦਾ, ਤੇ ਇਸ ਤੋਂ ਬਾਅਦ ਸਾਡੇ ਕੋਲ ਹੋਰ ਡਿਫਰੈਂਸ ਹੈ ਹੀ ਨਹੀਂ। ਇਸ ਕਰਕੇ ਮੈਂ ਫਿਰ ਵੀ ਅਪੀਲ ਕਰਦਾ ਕਿ ਆਓ ਆਪਾਂ ਅਕਾਲ ਤਖਤ ਸਾਹਿਬ 'ਤੇ ਫਿਰ ਜਾ ਕੇ ਅਰਦਾਸ ਕਰ ਸਕਦੇ ਹਾਂ ਕਿ ਆਪਾਂ ਮਰਜ਼ ਕਰੀਏ ਔਰ ਮਰਜ਼ ਕਰਕੇ ਇਕੱਠੇ ਹੋ ਜਾਈਏ। ਤੁਸੀਂ ਕੱਲ ਲੁਧਿਆਣੇ ਵਿੱਚ ਜਦੋਂ ਨਵੀਂ ਪਾਰਟੀ ਦੀ ਘੋਸ਼ਣਾ ਕੀਤੀ, ਉਸ ਟਾਈਮ ਤੁਸੀਂ ਦਾਅਵਾ ਜਤਾਇਆ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਹੈੱਡਕੁਆਟਰ ਹੈ ਜਾਂ ਉਹਨਾਂ ਦੇ ਆਫਿਸ ਹੈ ਉਹ ਵੀ ਤੁਹਾਡੀ ਮਲਕੀਅਤ ਹੈ, ਸ਼੍ਰੋਮਣੀ ਅਕਾਲੀ ਦਲ ਦਾ ਪਾਰਟ ਹੈ, ਜਦ ਕਿ ਉਹਨਾਂ ਨੇ ਤੁਹਾਨੂੰ ਕੱਢ ਦਿੱਤਾ ਹੋਇਆ ਪਾਰਟੀ 'ਚੋਂ, ਤਾਂ ਫਿਰ ਇਹ ਦਾਅਵੇ ਦਾ ਕੀ ਆਧਾਰ ਹੈ? ਨਹੀਂ, ਪਹਿਲਾਂ ਬਰਨਾਲੇ ਕੋਲ ਹੀ ਸੀ ਪਲਾਟ, ਬਰਨਾਲੇ ਤੋਂ ਪਲਾਟ ਆਇਆ ਨਾ ਸਾਡੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲੇ, ਪਹਿਲਾਂ ਬਰਨਾਲੇ ਕੋਲੇ ਪਲਾਟ ਸੀ, ਪਲਾਟ ਤਾਂ ਬਰਨਾਲੇ ਨੇ ਲਿਆ ਸੀ। ਇਹ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪਲਾਟ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਹੀ ਹੈ, ਬਾਦਲ ਬਾਅਦ 'ਚ ਜੁੜਿਆ। ਸ਼੍ਰੋਮਣੀ ਅਕਾਲੀ ਦਲ ਦੇ ਹੀ ਨਾਂ ਤੇ ਹੈ, ਕਿਉਂਕਿ ਬਰਨਾਲਾ ਸਾਹਿਬ ਇਹਦੇ ਲਿਆ ਇਹ, ਉਹਨਾਂ ਨੇ ਇਹਨੂੰ ਕੀਤਾ ਸੀ। ਜਦੋਂ ਪਲਾਟ ਸਾਰੇ ਕੋਲੇ ਆ ਗਿਆ ਸੀ, ਜਦੋਂ ਅਸੀਂ ਸਾਰੇ ਇਕੱਠੇ ਸੀ, ਉਸ ਤੋਂ ਬਾਅਦ ਬਣਾਈ ਹੈ ਬਿਲਡਿੰਗ। ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨੇ ਨਾਲ ਦੀ ਨਾਲ ਜਿਸ ਦਿਨ ਕੱਲ ਮਤਲਬ ਕਿ ਜਿਸ ਤਰ੍ਹਾਂ ਹੀ ਤੁਸੀਂ ਆਪਣੀ ਪਾਰਟੀ ਦੀ ਘੋਸ਼ਣਾ ਕੀਤੀ, ਨਾਲ ਦੀ ਨਾਲ ਐਮਰਜੈਂਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਸੱਦੀ ਤੇ ਇਲਜ਼ਾਮ ਲਗਾਇਆ ਤੁਹਾਡੇ ਉੱਤੇ ਕਿ ਮਤਲਬ ਕਿ ਇਹ ਲੜਾਈ ਜਿਹੜੀ ਹੈ ਪ੍ਰਧਾਨਗੀ ਦੀ ਲੜਾਈ ਹੈ, ਇਹ ਸੁਖਬੀਰ ਬਾਦਲ ਨਾਲ ਕੋਈ ਮਤਭੇਦ ਨਹੀਂ ਹੈ। ਮਤਲਬ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਪਾਰਟੀ ਦੇ ਪ੍ਰਧਾਨ ਬਣਨਾ ਚਾਹੁੰਦੇ ਸੀਗੇ, ਨਾ ਕਿ ਉਹ ਚਾਹੁੰਦੇ ਸੀਗੇ ਵੀ ਕੋਈ ਹੋਰ ਬਣੇ। ਇਸੇ ਕਰਕੇ ਉਹਨਾਂ ਨੇ ਆਪਣੀ ਪਾਰਟੀ ਬਣਾ ਕੇ ਆਪ ਉਹ ਉਸ ਚੀਜ਼ ਦਾ ਪ੍ਰਧਾਨ ਬਣ ਗਏ। ਇੱਕ ਤਾਂ ਮੈਨੂੰ ਕਦੇ ਦੱਸਣ ਮੈਂ ਪਾਰਟੀ 'ਚ ਕਿਹਾ ਹੋਇਆ ਮੈਂ ਪ੍ਰਧਾਨ ਬਣਨਾ, ਕਦੇ ਕਿਸੇ ਜਗ੍ਹਾ ਵੀ ਕੋਈ ਬੰਦਾ ਕਹੇ ਪਾਰਟੀ 'ਚ ਮੈਂ ਕਦੇ ਕਿਹਾ ਵੀ ਮੈਨੂੰ ਕੋਈ ਪ੍ਰਧਾਨਗੀ ਦੀ ਲਾਲਚ ਹੈ। ਮੈਂ ਅੱਜ ਵੀ ਕਹਿਣਾ ਕਿ ਮੈਨੂੰ ਕੋਈ ਪ੍ਰਧਾਨਗੀ ਦਾ ਲਾਲਚ ਨਹੀਂ, ਮੈਨੂੰ ਤਾਂ ਵਰਕਰਾਂ ਨੇ ਖੜਾ ਕੀਤਾ। ਮੇਰੀ ਹੁਣ ਸਿਹਤ ਵੀ ਕਿੰਨੀ ਕੁ, ਮੈਂ ਉਮਰ ਵੀ ਕਿਹੜੀ ਹੈ, ਅਤੇ ਮੈਨੂੰ ਵਰਕਰਾਂ ਨੇ ਖੜਾ ਕੀਤਾ ਪਾਰਟੀ ਲਈ। ਸਾਨੂੰ ਪਾਰਟੀ ਨੂੰ ਸਫਾਇਆ ਕਰਨ ਲਈ, ਸ਼੍ਰੋਮਣੀ ਕਮੇਟੀ 'ਚ ਸਫਾਈ ਲਿਆਉਣ ਲਈ ਉਹਨਾਂ ਨੇ ਕਿਹਾ ਵੀ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਨਾਲ। ਅਤੇ ਨੰਬਰ 2, ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿਣਗੇ, ਸਾਨੂੰ ਕੋਈ ਸਾਡੇ 'ਤੇ ਕੋਈ ਫਰਕ ਨਹੀਂ। ਮੈਨੂੰ ਲੋਕ ਜਾਣਦੇ ਨੇ ਪੰਜਾਬ ਦੇ ਕਿ ਮੇਰਾ ਕੀ ਆ 50 ਸਾਲ ਦਾ ਪਾਰਟੀ ਪੋਲੀਟਿਕਸ 'ਚ ਆਏ ਨੂੰ ਹੋਇਆ ਕਿ ਮੇਰਾ ਕਿਸ ਤਰ੍ਹਾਂ ਦਾ ਕਰੈਕਟਰ ਰਿਹਾ। ਢੀਂਡਸਾ ਸਾਹਿਬ, ਤੁਸੀਂ ਪਾਰਟੀ ਬਣਾ ਲਈ ਹੈ, ਤੁਸੀਂ ਕਿਹਾ SGPC 'ਚ ਵੀ ਅਸੀਂ ਚੁਣਾਵ ਲੜਾਂਗੇ, ਪਰ SGPC ਦੇ ਚੁਣਾਵ ਤਾਂ ਹਾਲੇ ਹੋ ਹੀ ਨਹੀਂ ਸਕਦੇ ਕਿਉਂਕਿ ਟਾਈਮ ਪੀਰੀਅਡ ਬੜਾ ਥੋੜ੍ਹਾ ਰਹਿ ਗਿਆ ਔਰ ਹਾਲੇ ਤੱਕ ਉਸ ਦੀ ਕੋਈ ਰੂਪ ਰੇਖਾ ਬਣੀ ਨਹੀਂ ਹੈ। ਤਾਂ ਆਪਾਂ ਕੀ ਮੰਨੀਏ ਵੀ ਵਿਧਾਨ ਸਭਾ ਜਿਹੜੇ ਚੁਣਾਵ ਹੁਣ ਆਉਣਗੇ ਵੀ SGPC ਵਾਲੇ ਤਾਂ ਰਹਿਣਗੇ, ਖਤਮ ਹੋ ਗਈ ਕਹਾਣੀ, ਅਤੇ ਕੀ ਫਿਰ ਅਸੀਂ ਵਿਧਾਨ ਸਭਾ ਜਿਹੜੇ ਚੁਣਾਵ ਹੈ ਉਸ 'ਚ ਸ਼੍ਰੋਮਣੀ ਅਕਾਲੀ ਦਲ ਪਾਰਟ ਲਏਗਾ? ਇੱਕ ਤਾਂ ਸਮਝ ਲਓ ਵੀ SGPC ਵਾਲੀ ਵੀ ਕੋਈ ਕਹਾਣੀ ਅਜੇ ਖਤਮ ਨਹੀਂ ਹੋਈ। 6 ਮਹੀਨਿਆਂ ਦਾ 7 ਮਹੀਨਿਆਂ ਦਾ ਵੱਧ ਤੋਂ ਵੱਧ ਹੋਊਗਾ ਜਦੋਂ ਕਮਿਸ਼ਨ ਬਣ ਗਿਆ ਵੋਟਾਂ ਬਣਨ ਦਾ, ਅਤੇ ਉਸ ਤੋਂ ਬਾਅਦ ਇਲੈਕਸ਼ਨ ਕਿਸੇ ਟਾਈਮ ਵੀ ਹੋ ਸਕਦੀ ਹੈ। ਨੰਬਰ 2, ਸਾਡਾ ਅਸੀਂ ਪਹਿਲਾਂ ਵੀ ਕਹਿ ਚੁੱਕੇ ਵੀ ਅਸੀਂ ਅਸੈਂਬਲੀ ਵੀ ਇਲੈਕਸ਼ਨ ਲੜਾਂਗੇ, ਪਾਰਲੀਮੈਂਟ ਵੀ ਲੜਾਂਗੇ, ਪਰ ਮੈਂ ਇਲੈਕਸ਼ਨ ਨਹੀਂ ਲੜੂੰਗਾ, ਪਰ ਪਾਰਟੀ ਲੜੂਗੀ। ਇਹ ਮੇਰਾ ਅਸੀਂ ਕੱਲ੍ਹ ਵੀ ਫੈਸਲਾ ਕੀਤਾ, ਪਹਿਲਾਂ ਵੀ ਫੈਸਲਾ ਕੀਤਾ। ਔਰ ਇਹਦੇ ਲਈ ਹੁਣ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈ ਉਹਦੇ 'ਚ ਇਹ ਕਰਾਂਗੇ ਕਿ ਐਕਸਪਰਟ ਨੇ ਜਿਹੜੇ, ਇਹ ਨਹੀਂ ਹੈ ਕਿ ਪੋਲੀਟੀਕਲ ਬੰਦਿਆਂ ਨੂੰ ਅਸੀਂ, ਜਿਹੜੇ ਐਕਸਪਰਟ ਨੇ, ਕੋਈ ਐਗਰੀਕਲਚਰ ਐਕਸਪਰਟ ਨੇ, ਡਾਕਟਰ ਜੌਹਲ ਵਰਗੇ ਜਾਂ ਹੋਰ ਇਸ ਤਰ੍ਹਾਂ ਦੇ ਸੱਜਣ, ਉਹਨਾਂ ਦੀ ਕਮੇਟੀ ਬਣਾਵਾਂਗੇ ਕਿ ਉਹ ਸਾਨੂੰ ਸੁਝਾਅ ਕਰਨ ਵੀ ਕਿਵੇਂ ਐਗਰੀਕਲਚਰ ਨੂੰ ਠੀਕ ਕੀਤਾ ਜਾਂਦਾ, ਇਹਦੀ ਲੜਾਈ ਕਿਵੇਂ ਲੜੀ ਜਾ ਸਕਦੀ ਹੈ। ਜਿਵੇਂ ਐਜੂਕੇਸ਼ਨਿਸਟਾਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੀ ਕਮੇਟੀ ਬਣਾਵਾਂਗੇ, ਉਹ ਸਾਨੂੰ ਐਜੂਕੇਸ਼ਨ ਵਾਸਤੇ ਨੇ। ਜਿਹੜੇ ਗਰੀਬ ਲੋਕ ਨੇ, ਦਲਿਤ ਵੀਰ ਨੇ, ਪਿਛੜੀਆਂ ਸ਼੍ਰੇਣੀਆਂ ਨੇ, ਉਹਨਾਂ ਦੇ ਜਿਹੜੇ ਐਕਸਪਰਟ ਨੇ, ਉਹਨਾਂ ਦੇ ਬੜੇ PhD ਨੇ, ਉਹਨਾਂ ਦੀ ਕਮੇਟੀ ਬਣਾਵਾਂਗੇ। ਉਹ ਸਾਨੂੰ ਦੱਸੇਂਗੇ ਵੀ ਇਹਨਾਂ ਲਈ ਕੀ ਹੋ ਸਕਦਾ। ਇਸ ਤਰ੍ਹਾਂ ਸਾਡੀ ਮੇਰੀ ਮਨਸ਼ਾ ਹੈ ਕਿ ਅਸੀਂ ਕੋਈ ਐਕਸਪਰਟ ਕਮੇਟੀਆਂ ਬਣਾਈਏ। ਢੀਂਡਸਾ ਸਾਹਿਬ, ਪਰ ਹਾਲੇ ਪਾਰਟੀ ਦੀ ਕਾਰਿਆਕਾਰਨੀ ਦੀ ਘੋਸ਼ਣਾ ਨਹੀਂ ਹੋਈ। ਨਹੀਂ, ਪਾਰਟੀ ਦੀ ਕਾਰਿਆਕਾਰਨੀ ਦੀ ਘੋਸ਼ਣਾ ਹੋ ਨਹੀਂ ਸਕਦੀ ਇਸ ਟਾਈਮ। ਪਹਿਲਾਂ ਅਸੀਂ ਭਰਤੀ ਕਰਾਂਗੇ ਔਰ ਡੈਮੋਕ੍ਰੈਟਿਕ ਢੰਗ ਨਾਲ ਅਸੀਂ ਉਹਦੀ ਚੋਣ ਕਰਾਂਗੇ। ਢੀਂਡਸਾ ਸਾਹਿਬ, ਲਗਾਤਾਰ ਇਹ ਗੱਲ ਕਹੀ ਜਾਂਦੀ ਸੀ ਵੀ ਤੀਸਰਾ ਫਰੰਟ, ਵੀ ਪੰਜਾਬ ਵਿੱਚ ਤੀਸਰੇ ਫਰੰਟ ਦੀ ਲੋੜ ਹੈ। ਜਿੰਨੇ ਵੀ ਪਾਰਟੀਆਂ ਬਣੀਆਂ ਉਹਨਾਂ ਨੇ ਉਸ ਟਾਈਮ ਇਹੀ ਗੱਲ ਕੀਤੀ ਵੀ ਤੀਸਰੇ ਫਰੰਟ ਦੀ ਲੋੜ ਹੈ ਔਰ ਸਾਰੇ ਅਸੀਂ ਇਕੱਠੇ ਹੋ ਕੇ ਤੀਸਰਾ ਫਰੰਟ ਬਣਾਵਾਂਗੇ।
ਤਾਂ ਕਿ ਜਿਹੜੀ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਉਹਨਾਂ ਨੂੰ ਅਸੀਂ ਚੁਣੌਤੀ ਦੇ ਸਕੀਏ, ਪਰ ਹਾਲੇ ਤੱਕ ਉਸ 'ਚ ਕੋਈ ਕਾਮਯਾਬੀ ਨਹੀਂ ਮਿਲੀ। ਦੇਖੋ ਅਜੇ ਤੱਕ ਇੱਕ ਦੂਸਰੇ ਨੂੰ ਦੇਖ ਰਹੇ ਨੇ। ਜਦੋਂ ਇਲੈਕਸ਼ਨ ਨੇੜੇ ਆਉਣੀ ਹੈ ਸਾਰਿਆਂ ਨੇ ਇਕੱਠੇ ਹੋ ਜਾਣਾ। ਇਸ ਵਕਤ ਸਾਰੇ ਹੀ ਅਕਾਲੀ ਦਲ ਜਿਹੜਾ ਸੋ ਕਾਲਡ ਅਕਾਲੀ ਦਲ ਬਾਦਲ ਹੈ ਔਰ ਕਾਂਗਰਸ, ਇਹਨਾਂ ਦੋਨਾਂ 'ਤੇ ਇੰਨੀ ਨਾਰਾਜ਼ਗੀ ਹੈ ਪੋਲੀਟੀਕਲ ਬੰਦਿਆਂ ਨੂੰ ਵੀ ਲੋਕਾਂ ਨੂੰ ਵੀ। ਪਰ ਤੀਸਰਾ ਫਰੰਟ ਮਜਬੂਰ ਕਰ ਦੇਣਗੇ ਲੋਕ। ਜਿਹੜਾ ਤੀਸਰੇ ਫਰੰਟ 'ਚ ਨਹੀਂ ਆਊਗਾ ਉਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਣਗੀਆਂ। ਢੀਂਡਸਾ ਸਾਹਿਬ, ਤੁਹਾਡੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ, ਅਕਾਲੀ ਦਲ ਇਹ ਕਹਿੰਦਾ ਹੈ ਕਿ ਤੁਸੀਂ ਕਾਂਗਰਸ ਦੇ ਹੱਥ ਦੀ ਕਠਪੁਤਲੀ ਹੋ, ਕਾਂਗਰਸ ਜਿੱਦਾਂ ਕਹਿ ਰਹੀ ਹੈ ਤੁਸੀਂ ਉੱਦਾਂ ਚੱਲ ਰਹੇ ਹੋ। ਬ੍ਰਹਮਪੁਰਾ ਜੀ ਇਹ ਕਹਿ ਰਹੇ ਨੇ ਤੁਸੀਂ ਬੀਜੇਪੀ ਦੇ ਹੱਥ ਦੀ ਕਠਪੁਤਲੀ ਹੋ, ਬੀਜੇਪੀ ਜਿੱਦਾਂ ਕਹਿ ਰਹੀ ਹੈ ਢੀਂਡਸਾ ਸਾਹਿਬ ਉੱਦਾਂ ਚੱਲ ਰਹੇ ਨੇ। ਅਸਲੀਅਤ ਕੀ ਹੈ? ਮੈਨੂੰ ਤਾਂ ਜਿਹੜੇ ਨੂੰ ਸੂਟ ਕਰਦਾ ਕੋਈ ਵੀ ਸੂਟ ਕਰਦਾ ਨਾ ਉਹੀ ਇਲਜ਼ਾਮ ਲਾ ਦਿੰਦਾ। ਕੋਈ ਕਾਂਗਰਸ ਦਾ ਲਾ ਦਿੰਦਾ, ਕੋਈ ਬੀਜੇਪੀ ਦਾ ਲਾ ਦਿੰਦਾ। ਕਈ ਕਹਿੰਦੇ ਜੀ ਇਹ ਆਮ ਆਦਮੀ ਪਾਰਟੀ ਨਾਲ ਕਰਨਗੇ ਸਮਝੌਤਾ। ਇਸ ਕਰਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕੀ ਲਾਉਂਦਾ। ਪਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਾਂਗਰਸ ਤੇ ਬਾਦਲ ਅਕਾਲੀ ਦਲ ਦਾ ਕਿਹੜਾ ਸਮਝੌਤਾ ਹੈ। ਮੈਨੂੰ ਇਹ ਦੱਸੋ ਵੀ 3.5 ਸਾਲ ਹੋ ਗਏ ਕੋਈ ਵੀ ਉਹਨਾਂ ਦੀ ਕਿਸੇ ਬੱਸ ਦਾ ਕੋਈ ਰੂਟ ਪਰਮਿਟ ਚੇਂਜ ਕੀਤਾ ਹੋਵੇ, ਉਹ ਜਿਹੜੇ ਗੈਂਗ ਬਣੇ ਹੋਏ ਨੇ ਉਹਨਾਂ ਦੀ ਕੀਤਾ ਹੋਵੇ, ਬੰਦ ਕੀਤਾ ਹੋਵੇ, ਇਹ ਜਿਹੜੀ ਕੇਬਲ ਹੈ TV ਹੈ ਉਹ ਹੋਈ ਹੋਵੇ, ਮਤਲਬ ਉਵੇਂ ਜਿਵੇਂ ਰੇਤਾ ਚੱਲਦਾ ਉਵੇਂ ਜਿਵੇਂ ਸਾਰਾ ਕੁਝ ਚੱਲਦਾ ਅਤੇ ਉਹਨਾਂ ਵਿੱਚ ਹਿੱਸਾ ਇਹਨਾਂ ਦਾ ਵੀ ਹੈ। ਇਸ ਕਰਕੇ ਰਲੇ ਉਹਨੇ ਕਿ ਮੈਂ ਰਲਿਆ। ਮੇਰੇ ਨਾਲ ਤਾਂ ਹੁਣ ਕਾਂਗਰਸ 'ਚੋਂ ਆ ਰਹੇ ਨੇ ਲੋਕ, ਮੇਰੇ ਨਾਲ ਕਿਉਂ ਆਉਣ? ਜੇ ਮੈਂ ਕਾਂਗਰਸ ਨਾਲ ਰਲਿਆ ਹੋਵਾਂ, ਮੇਰੇ ਨਾਲ ਕਿੰਨੇ ਕਾਂਗਰਸ ਦੇ ਬੰਦੇ ਆਏ ਨੇ। ਪਰਸੋਂ ਤੇਜਿੰਦਰਪਾਲ ਸਿੰਘ ਸੰਧੂ ਆਇਆ, ਉਹ ਕਾਂਗਰਸ ਛੱਡ ਕੇ ਆਇਆ ਔਰ ਮਹਾਰਾਣੀ ਦੀ ਬੜੀ ਇਲੈਕਸ਼ਨ 'ਚ ਉਹਨੇ ਪੂਰਾ ਰੋਲ ਅਦਾ ਕੀਤਾ ਸੀ। ਇਸ ਕਰਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੇ 50 ਸਾਲ ਦੀ ਜ਼ਿੰਦਗੀ ਵਿੱਚ ਮੇਰੇ ਬਾਰੇ ਲੋਕ ਜਾਣਦੇ ਨੇ ਕਿ ਮੈਂ ਜਿਹੜੀ ਇਨਸਾਫ ਨਾਲ ਖੜੂਗੀ ਪਾਰਟੀ ਅਸੀਂ ਉਹਨਾਂ ਨਾਲ ਜਾਵਾਂਗੇ। ਜੇ ਕਿਤੇ ਸਮਝੌਤਾ ਕਰਨਾ ਪਿਆ, ਜਿਹੜੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣਗੇ, ਅਸੀਂ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਤੀਸਰੇ ਫਰੰਟ ਦੀ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤੁਸੀਂ ਕਿੱਥੇ ਗਿਣਦੇ ਹੋ? ਨਹੀਂ, ਅੱਜ ਕੁਝ ਨਹੀਂ ਕਿਹਾ ਜਾ ਸਕਦਾ। ਦੇਖੋ ਪੰਜਾਬ 'ਚ ਜਿੰਨਾ ਉਹਨਾਂ ਨੂੰ ਰਿਸਪੌਂਸ ਮਿਲਿਆ ਸੀ ਉਹਨੂੰ ਮੇਨਟੇਨ ਨਹੀਂ ਰੱਖ ਸਕੇ। 4 MP ਜਿੱਤੇ, ਚਾਰੇ ਵੱਖੋ ਵੱਖਰੇ ਹੋ ਗਏ। MLA ਜਿੱਤੇ, ਕਿੰਨੇ ਗਰੁੱਪ ਬਣ ਗਏ। ਇਸ ਕਰਕੇ ਮੇਰਾ ਮਤਲਬ ਹੈ ਕਿ ਲੋਕਾਂ 'ਚ ਗੱਲ ਹੈ, ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਵਾਲੀ। ਮੈਂ ਜਿੱਦਣ ਸਾਡੀ ਅੰਮ੍ਰਿਤਸਰ 'ਚ 99 ਸਾਲਾ ਅਸੀਂ ਮਨਾਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ, ਉਸ ਦਿਨ ਕਿਹਾ ਸੀ ਕਿ ਲੋਕਾਂ ਦਾ ਵਿਸ਼ਵਾਸ ਸਾਰੇ ਪਾਸਿਓਂ ਉੱਠਿਆ ਹੋਇਆ ਇਸ ਵਕਤ ਪੰਜਾਬ ਦਾ। ਪਹਿਲਾਂ ਸਾਨੂੰ ਤੁਸੀਂ ਕਿਹਾ ਵੀ ਮੈਂ ਕੀ 6 ਮਹੀਨੇ ਕਿਉਂ ਲੱਗੇ, ਅਤੇ ਕਿ ਅਸੀਂ ਪੂਰੇ ਜ਼ੋਰ ਨਾਲ ਪਹਿਲਾਂ ਲੋਕਾਂ ਨਾਲ ਲੜੇ ਹਾਂ। ਇਸ ਤੋਂ ਬਾਅਦ ਉਦੋਂ ਬਾਅਦ ਕੋਈ ਗੱਲ ਬਣੀ ਹੈ। ਇਸ ਕਰਕੇ ਜਿੰਨੀ ਦੇਰ ਲੋਕਾਂ ਦੀ ਨਬਜ਼ ਨਹੀਂ ਸਮਝ ਆਉਂਦੀ ਤੁਸੀਂ ਕੀ ਕਰ ਸਕਦੇ। ਉਨੀ ਦੇਰ 6 ਮਹੀਨੇ ਇਸ ਕਰਕੇ ਵੀ ਲੱਗੇ ਕਿ ਲੋਕਾਂ ਨੂੰ ਤਿਆਰ ਕਰਨਾ ਔਰ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਕਿ ਨਹੀਂ, ਅਸੀਂ ਕਿਸੇ ਨੂੰ ਵੀ ਪੰਜਾਬੀਆਂ ਨੂੰ ਕਦੇ ਧੋਖਾ ਨਹੀਂ ਦੇ ਸਕਦੇ। ਸਾਡੇ 'ਚ ਵਿਸ਼ਵਾਸ ਪੈਦਾ ਹੋਇਆ, ਹੋਰ ਹੋ ਜਾਏਗਾ। ਟਕਸਾਲੀ ਗਰੁੱਪ ਵਿੱਚ ਤਾਂ ਕਾਫੀ ਜਣੇ ਤੁਹਾਡੇ ਨਾਲ ਆ ਖੜੇ ਹੋਏ ਨੇ। ਉਸ ਤੋਂ ਇਲਾਵਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਹੁਤ ਬੰਦੇ ਅਲੱਗ ਹੋਏ ਸੀ। 1920 ਬਣਿਆ, ਮਾਨ ਬਣਿਆ, ਯੂਨਾਈਟਿਡ ਬਣਿਆ, ਹੋਰ ਕਈ ਇਹ ਦਲ ਬਣੇ ਆ। ਕੀ ਤੁਹਾਨੂੰ ਕੀ ਲੱਗਦਾ ਇਹ ਸਾਰੇ ਤੁਹਾਡੇ ਨਾਲ ਆਉਣਗੇ? ਬਿਲਕੁਲ ਆਉਣਗੇ ਜੀ ਸਾਰੇ। ਤੁਸੀਂ ਦੇਖੋਗੇ 2-4 ਮਹੀਨੇ ਦੀ ਗੱਲ ਹੀ ਹੈ। ਹੁਣ ਇਕੱਲੇ ਚੀਮੇ ਨੇ ਤਾਂ ਪਾਰਟੀ ਨਹੀਂ ਬਣਾ ਲੈਣੀ। ਜੇ ਸੁਖਬੀਰ ਤੇ ਚੀਮੇ ਦੋਨੇ ਰਲ ਕਿੱਦਾਂ ਨਹੀਂ ਬਣਾ ਲੈਣਗੇ। ਬਾਕੀ ਵੀ ਹੈਗੇ ਕੋਈ ਬੰਦੇ। ਨਹੀਂ, ਉਹ ਤਾਂ ਇਹ ਵੀ ਕਿਹਾ ਜਾਂਦਾ ਵੀ ਦਲਜੀਤ ਸਿੰਘ ਚੀਮਾ ਜਿਸ ਟਾਈਮ ਛੱਡ ਕੇ ਗਏ ਸੀ, ਦੁਬਾਰਾ ਸ਼੍ਰੋਮਣੀ ਅਕਾਲੀ ਦਲ 'ਚ ਜੁਆਇਨ ਹੀ ਤੁਸੀਂ ਕਰਾਇਆ ਸੀਗਾ। ਅਸੀਂ ਕਰਾਇਆ ਸੀ ਕਿਉਂਕਿ ਇਹ ਇੰਡੀਪੈਂਡੈਂਟ ਸੀ। ਪਹਿਲਾਂ ਇੰਡੀਪੈਂਡੈਂਟ ਲੜਿਆ ਸੀ ਅਕਾਲੀ ਦਲ ਦੇ ਖਿਲਾਫ, ਅਕਾਲੀ ਦਲ ਹਰਾਇਆ ਸੀ ਇਹਨੇ, ਅਤੇ ਇਸ ਦੇ ਬਾਵਜੂਦ ਇਹਨੂੰ ਫਿਰ ਲਾਇਆ ਸੀ। ਸੈਕਟਰੀ ਬਣਾਉਣ ਵਿੱਚ ਮੇਰਾ ਵੀ ਬਹੁਤ ਵੱਡਾ ਹਿੱਸਾ ਸੀ। ਪਰ ਠੀਕ ਹੈ, ਮੈਂ ਹੁਣ ਇਹਨਾਂ ਗੱਲਾਂ ਨਹੀਂ ਕਰਦੇ। ਪਰ ਉਹ ਅੱਜ ਤੁਹਾਡੇ ਖਿਲਾਫ ਬੋਲ ਰਹੇ ਨੇ। ਬੋਲੀ ਜਾਣ ਜੀ, ਮੇਰੇ ਤੇ ਕੀ ਅਸਰ ਹੈ? ਮੇਰੇ ਤੇ ਕੋਈ ਖਿਲਾਫ ਬੋਲਣ ਵਾਲਾ ਆਵੇ, ਮੇਰੇ ਤੇ ਕੋਈ ਕਿਸੇ ਦਾ ਕੋਈ ਅਸਰ ਨਹੀਂ। ਮੈਂ ਆਪਣੇ ਲੋਕਾਂ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣਾ, ਨਾ ਕਿ ਮੈਂ ਕਿਸੇ ਇੰਡੀਵਿਜੂਅਲ ਦਾ ਵਿਸ਼ਵਾਸ ਜਿੱਤਣਾ। ਮੈਂ ਲੋਕਾਂ ਦੀ ਤਰਜਮਾਨੀ ਕਰਦੀ ਹਾਂ, ਨਾ ਮੈਂ ਕਿਸੇ ਇੰਡੀਵਿਜੂਅਲ ਦੀ ਕਰਨੀ ਹੈ। ਜਿਵੇਂ ਚੀਮੇ ਉਹ ਨਹੀਂ ਕਰਦੇ ਨੇ ਬਾਦਲਾਂ ਦੀ, ਇਸ ਤਰ੍ਹਾਂ ਮੈਂ ਨਹੀਂ ਕਰ ਸਕਦਾ।
ਤੁਸੀਂ ਇੱਕ ਗੱਲ ਕੀ ਵੀ ਜਿੰਨੇ ਜਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਛੱਡ ਕੇ ਆਏ ਨੇ ਉਹ ਸਾਰੇ ਤੁਹਾਡੇ ਨਾਲ ਖੜੇ ਹੋਣਗੇ। ਕੀ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਵੀ ਕੁਝ ਇਹ ਨੇਤਾ ਹੈਗੇ ਆ ਜਿਹੜੇ ਕਿ ਛੱਡ ਕੇ ਤੁਹਾਡੇ ਨਾਲ ਆ ਕੇ ਖੜੇ ਹੋ ਸਕਦੇ ਨੇ ਜਾਂ ਤੁਹਾਡੀ ਪਾਰਟੀ ਜੁਆਇਨ ਕਰ ਸਕਦੇ ਨੇ? ਤੁਹਾਨੂੰ ਪਤਾ ਨਾ ਜਦੋਂ ਸ਼ਿਪ ਡੁੱਬਦੀ ਹੋਵੇ ਕਿਵੇਂ ਭੱਜਦੇ ਨੇ, ਕਹਿੰਦੇ ਚੂਹੇ ਵੀ ਭੱਜ ਜਾਂਦੇ ਨੇ। ਤੇ ਇਸ ਕਰਕੇ ਉਹ ਸ਼ਿਪ ਤਾਂ ਹੁਣ ਸਿਰੇ ਨਹੀਂ ਲਾ ਸਕਦੀ ਕਿਸੇ ਨੂੰ, ਨਾ ਕਿਸੇ ਨੂੰ ਜਿਤਾ ਸਕਦੀ ਹੈ, ਨਾ SGPC ਨੂੰ ਦੁਬਾਰਾ ਮੈਂਬਰੀ ਕਿਸੇ ਨੂੰ ਜਿਤਾ ਸਕਦੀ ਹੈ। ਤੇ ਫਿਰ ਕਿੱਥੇ ਜਾਣਗੇ ਲੋਕੀ? ਸ਼੍ਰੋਮਣੀ ਅਕਾਲੀ ਦਲ 'ਚ ਤਾਂ ਰਹਿਣਗੇ ਹੀ ਨਾ। ਇਸ ਕਰਕੇ ਲੈਟ ਦੀ ਟਾਈਮ ਕਮ। ਮੈਂ ਤੁਹਾਨੂੰ ਉਮੀਦ ਹੈ ਵੀ ਕਾਫੀ ਜਣੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਹੈ ਉਹ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਬਹੁਤ ਪੁਰਾਣੀ ਪਾਰਟੀ ਹੈ ਉਹ ਜੁਆਇਨ ਕਰਨਗੇ। ਪੁਰਾਣੀ ਸਾਡੀ ਪਾਰਟੀ ਸੀ, ਪੁਰਾਣੀ ਤਾਂ 99 ਸਾਲ ਹੋ ਗਏ ਨੂੰ, 100ਵਾਂ ਸਾਲ ਚੱਲਦਾ। ਇਸੇ ਕਰਕੇ ਤਾਂ ਅਸੀਂ ਕੁਰਬਾਨੀਆਂ ਅਸੀਂ ਕੀਤੀਆਂ। ਅਸੀਂ ਜੇਲ੍ਹਾਂ 'ਚ ਗਏ, ਡਾਂਗਾਂ ਖਾਧੀਆਂ, ਸਾਰਾ ਕੁਛ ਕੀਤਾ, ਸਭ ਨੂੰ ਪਤਾ। ਤੇ ਜਿਹੜੇ ਰੋਜ਼ TV ਤੇ ਆਉਂਦੇ ਨੇ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਦੀ ਕਿੰਨੀ ਕੁਰਬਾਨੀਆਂ ਨੇ। ਅਗਰ ਆਪਾਂ ਬੇਅਦਬੀ ਵਾਲਾ ਮਾਮਲੇ 'ਚ ਗੱਲ ਕਰੀਏ ਤੇ ਜਦੋਂ 10 ਸਾਲ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਰਹੀ ਹੈ ਔਰ ਬੇਅਦਬੀਆਂ ਦੀ ਘਟਨਾ ਹੋਈਆਂ ਔਰ ਇਹ ਵੀ ਕਿਹਾ ਜਾਂਦਾ ਵੀ ਕਾਂਗਰਸ ਜਿਹੜੀ ਵਜੂਦ 'ਚ ਆਈ ਆ ਉਸ ਦਾ ਮੇਨ ਕਾਰਨ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਦਾ ਡਾਊਨ ਹੋਣ ਦਾ ਮੇਨ ਕਾਰਨ ਜਿਹੜਾ ਸੀਗਾ ਉਹ ਬੇਅਦਬੀ ਦੀਆਂ ਘਟਨਾਵਾਂ ਸੀਗੀਆਂ। ਹੁਣ ਇੱਕੋ ਦਮ ਜਿਹੜੀਆਂ ਬੇਅਦਬੀ ਦੀ ਘਟਨਾ 'ਚ ਗ੍ਰਿਫਤਾਰੀਆਂ ਹੋਣ ਲੱਗ ਗਈਆਂ, ਸਿੱਟ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਇੱਕੋ ਦਮ ਮਤਲਬ ਕਿ ਚੱਲ ਪਈ। ਇਹ ਕੀ ਕਹਾਣੀ ਤੁਹਾਨੂੰ ਕੀ ਲੱਗਦੀ ਹੈ ਵੀ ਇਲੈਕਸ਼ਨ ਦੇ ਮੱਦੇਨਜ਼ਰ ਇਹ ਕੀਤਾ ਜਾ ਰਿਹਾ ਕਿ ਇਹ ਵੀ ਇਹ ਪੜਦਾ ਹੈ ਜਾਂ ਇਹ ਸੱਚਾਈ ਹੈ? ਨਾ, ਸਿੱਟ ਤਾਂ ਉਹੀ ਹੈ। ਤੇ ਉਦੋਂ ਤਾਂ ਕੋਈ ਹੋਰਾਂ ਵਾਸਤੇ ਕਹਿੰਦੇ ਸੀ ਵੀ ਇਹ ਨਹੀਂ ਆ, ਤਾਂ ਇਹ ਤਾਂ ਹੁਣ ਕੀਤਾ ਚੰਗਾ। ਜੇ ਕੋਈ ਫੜਿਆ ਜਾਵੇ ਚੰਗੀ ਗੱਲ ਹੈ। ਜਿੰਨਾ ਚਿਰ ਉਹਦਾ ਰਿਜ਼ਲਟ ਨਹੀਂ ਆਉਂਦਾ ਉਹਨਾਂ ਚਿਰ ਮੈਂ ਨਹੀਂ ਕਹਿੰਦਾ। ਮੈਨੂੰ ਅਫਸਰਾਂ 'ਤੇ ਚੰਗੇ ਅਫਸਰ ਨੇ, ਮੈਨੂੰ ਉਹਨਾਂ 'ਤੇ ਉਮੀਦ ਹੈ ਵੀ ਉਹ ਇਨਸਾਫ ਕਰਨਗੇ, ਪੋਲੀਟੀਕਲ ਮਾਸਟਰਸ ਦੀ ਨਹੀਂ ਮੰਨਣਗੇ। ਤੇ ਉਹਨਾਂ ਕਿੰਨਾ ਕੁ ਉਹਦੇ 'ਚ ਕੋਰਟਾਂ 'ਚ ਕਿੱਥੋਂ ਤੱਕ ਜਿਹਨੇ ਉਹ ਟਾਈਮ ਦੱਸੇਗਾ। ਪੈਟਰੋਲ ਡੀਜ਼ਲ ਦੇ ਜਿਹੜੇ ਪ੍ਰਾਈਸ ਆ ਲਗਾਤਾਰ ਵੱਧ ਰਹੇ ਨੇ। ਕਾਂਗਰਸ ਪੈਟਰੋਲ ਡੀਜ਼ਲ ਦੇ ਪ੍ਰਾਈਜ਼ਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਕੱਲ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਕਿ ਸੈਂਟਰ ਵਿੱਚ BJP ਦੀ ਭਾਈਵਾਲ ਪਾਰਟੀ ਹੈ ਉਹਨੇ ਵੀ ਪ੍ਰਦਰਸ਼ਨ ਕੀਤਾ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਤਾਂ ਆਪ ਖੁਦ ਹੈਰਾਨ ਹਾਂ ਵੀ ਇੱਕ ਪਾਸੇ ਤਾਂ ਮਿਨਿਸਟਰੀ 'ਚ ਬੈਠੇ ਆ, ਇੱਕ ਪਾਸੇ ਉਹ ਮੁਜ਼ਾਹਰਾ ਕਰਦੇ ਆ ਕਿ ਜੀ ਪੈਟਰੋਲ ਡੀਜ਼ਲ ਦੀ ਕੀਮਤਾਂ ਸਾਰਿਆਂ ਨੂੰ ਤੰਗ ਕਰ ਰਹੀਆਂ ਨੇ। ਹਰੇਕ ਗਰੀਬ ਆਦਮੀ ਨੂੰ ਵੀ, ਹਰੇਕ ਨੂੰ ਜੋ ਡੀਜ਼ਲ ਪੈਟਰੋਲ ਵਗਦਾ, ਚਾਹੇ ਕਿਸਾਨ ਨੇ, ਚਾਹੇ ਟਰੱਕਾਂ ਵਾਲੇ ਨੇ, ਚਾਹੇ ਕੋਈ ਨੇ, ਚਾਹੇ ਇੰਡੀਵਿਜੂਅਲ ਨੇ, ਉਹਨਾਂ ਦੀ ਦੁੱਖ ਦਰਦ ਦੀ ਭਰੀ ਕਹਾਣੀ ਹੈ ਕਿ ਇੰਨਾ ਰੋਜ਼ ਵੱਧ ਜਾਂਦਾ ਡੀਜ਼ਲ ਜਦੋਂ ਕਿ ਇੰਟਰਨੈਸ਼ਨਲ ਮਾਰਕੀਟ 'ਚ ਨਹੀਂ ਹੈ। ਤੇ ਉਹਦੇ ਲਈ ਇਹ ਕੈਬਨਿਟ 'ਚ ਕਿਉਂ ਨਹੀਂ ਛੱਡਿਆ ਇਹਨਾਂ ਨੇ ਇਸ ਇਸ਼ੂ 'ਤੇ? ਇੱਕ ਪਾਸੇ ਕੈਬਨਿਟ 'ਚ ਬੈਠੇ, ਦੂਸਰੇ ਪਾਸੇ ਕਹਿੰਦੇ ਜੀ ਅਸੀਂ ਇਹਦੇ ਖਿਲਾਫ ਹਾਂ। ਇਹ ਦੋ ਗੱਲਾਂ ਥੋੜ੍ਹਾ ਹੁੰਦੀਆਂ। ਇਸੇ ਨੂੰ ਕਹਿੰਦੇ ਨੇ ਡਬਲ ਪਾਲਿਸੀ ਹੈ। BJP ਸਰਕਾਰ ਸੈਂਟਰ ਗਵਰਨਮੈਂਟ 3 ਆਰਡੀਨੈਂਸ ਲੈ ਕੇ ਆਈ ਕਿਸਾਨੀ ਨੂੰ ਲੈ ਕੇ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਉਸ ਦਾ ਵਿਰੋਧ ਕਰ ਰਹੀਆਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਉਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਨਾਲ ਖੜੀ ਆ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਉਹ ਤਾਂ ਉਹਨਾਂ ਦੀ ਤਾਂ ਮਜਬੂਰੀ ਵੀ ਹੈ ਕਿਉਂਕਿ ਕੈਬਨਿਟ 'ਚ ਬੈਠੇ ਆ ਉਹ। ਵੱਡੀ ਗੱਲ ਤਾਂ ਇਹ ਵੀ ਜੋ ਮੈਂ ਤਾਂ ਅਸੀਂ ਕੱਲ੍ਹ ਵੀ ਕਿਹਾ ਕਿ ਜੇ ਕਿਸਾਨ ਦੇ ਖਿਲਾਫ ਜੋ ਵੀ ਕੋਈ ਆਵੇਗਾ ਤੇ ਉਹਦੀ ਡਟ ਕੇ ਅਸੀਂ ਮੁਖਾਲਫਤ ਕਰਾਂਗੇ। ਕਿਸਾਨ, ਪੰਜਾਬ ਦਾ ਕਿਸਾਨ ਜਿਹਨੇ ਉਸ ਵਕਤ ਇੰਨਾ ਅਨਾਜ ਪੈਦਾ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੈਦਾ ਕੀਤਾ, ਜਦੋਂ ਸਾਰੀ ਦੁਨੀਆ 'ਚ ਝੋਲੀ ਅੱਡੀ ਫਿਰਦਾ ਸੀ ਦੇਸ਼, ਕਿ ਇੰਨੀ ਕਣਕ ਪੈਦਾ ਕਰ ਦਿੱਤੀ ਕਿ ਉਹਨਾਂ ਦੇ ਸਟੋਰ ਹੀ ਨਹੀਂ ਭਰੇ ਬਲਕਿ ਐਕਸਪੋਰਟ ਕੀਤੀ ਹੈ। ਤੇ ਅੱਜ ਅਗਰ ਉਸ ਕਿਸਾਨ 'ਤੇ ਸੱਟ ਵੱਜਦੀ ਹੈ ਤੇ ਇਸ ਤੋਂ ਵੱਡੀ ਮਾੜੀ ਗੱਲ ਕਿਹੜਾ ਹੋ ਸਕਦੀ ਹੈ? ਅਸੀਂ ਕਿਸਾਨ ਦੇ ਹੱਕ 'ਚ ਖੜ੍ਹੇ ਹਾਂ, ਅਸੀਂ ਕਿਸਾਨ ਦੇ ਹੱਕ 'ਚ ਲੜਾਂਗੇ। ਅਸੀਂ ਕੋਈ ਵੀ ਕਾਨੂੰਨ ਆਵੇਗਾ ਕਿਸਾਨ ਦੇ ਖਿਲਾਫ, ਉਹਦੇ ਖਿਲਾਫ ਹਾਂ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਹਿ ਰਹੇ ਨੇ ਵੀ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਦੇ ਅਧਿਅਕਸ਼ ਨੇ ਵੀ ਉਹ ਆਪਣੇ ਦੋਨੋਂ ਹੱਥਾਂ 'ਚ ਲੱਡੂ ਰੱਖਣਾ ਚਾਹੁੰਦੇ ਨੇ। ਉਹ ਸੈਂਟਰ 'ਚ ਆਪਣੀ ਵਜ਼ੀਰੀ ਵੀ ਨਹੀਂ ਛੱਡਣਾ ਚਾਹੁੰਦੇ ਔਰ ਇੱਥੇ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਵੋਟ ਬੈਂਕ ਹੈ ਉਹਨੂੰ ਵੀ ਨਹੀਂ ਛੱਡਣਾ ਚਾਹੁੰਦੇ। ਗੱਲ ਤਾਂ ਉਹ ਠੀਕ ਕਰ ਰਹੇ ਨੇ, ਪਰ ਉਹ ਆਪ ਤਾਂ ਕੋਈ ਐਕਸ਼ਨ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ। ਆਪ ਤਾਂ ਕੁਛ ਨਹੀਂ ਕਰ ਰਹੇ ਨਾ, ਉਹ ਵੀ ਅਖਬਾਰੀ ਗੱਲਾਂ ਹੀ ਕਰ ਰਹੇ ਨਾ।
ਤੇ ਉਹਨਾਂ ਦੇ ਕਾਂਗਰਸੀ ਐਮਐਲਏ ਬਥੇਰੇ ਕਹਿ ਰਹੇ ਨੇ ਵੀ ਕੁਛ ਕਰੋ ਤਾਂ ਸਹੀ, ਤੁਹਾਡੇ ਕੋਈ ਜਿਵੇਂ ਮੈਂ ਪਹਿਲਾਂ ਕਿ ਕੋਈ ਚੀਜ਼ ਤਾਂ ਬਦਲੀ ਨਹੀਂ, 3.25 ਸਾਲ ਹੋ ਗਏ ਕੋਈ ਚੀਜ਼ ਬਦਲੀ ਹੈ? ਤੁਹਾਨੂੰ ਲੱਗਦਾ ਦੋਨੋਂ ਆਪਸ 'ਚ ਮਿਲੇ ਹੋਏ ਨੇ? ਮਿਲੇ ਨੇ, ਸਾਰੀ ਦੁਨੀਆ ਜਾਣਦੀ ਹੈ, ਸਾਰੀ ਦੁਨੀਆ ਜਾਣਦੀ ਮਿਲੇ ਹੋਏ ਨੇ। ਇੱਕ ਮੇਰਾ ਲਾਸਟ ਕੁਐਸਚਨ ਹੈ, ਕੱਲ ਜਿਸ ਤਰ੍ਹਾਂ ਹੀ ਤੁਸੀਂ ਆਪਣੀ ਨਵੀਂ ਪਾਰਟੀ ਦੀ ਘੋਸ਼ਣਾ ਕੀਤੀ, ਕਾਂਗਰਸ ਸਰਕਾਰ ਕਹਿ ਲਓ ਜਾਂ ਪੁਲਿਸ ਨੇ ਉਸੇ ਟਾਈਮ ਤੁਹਾਡੇ ਖਿਲਾਫ FIR ਦਰਜ ਕਰ ਲਈ ਲੁਧਿਆਣਾ ਵਿੱਚ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹ ਤਾਂ ਪਤਾ ਹੀ ਸੀ ਸਾਨੂੰ ਵੀ ਕਰਨਗੇ, ਕਰ ਲੈਣ ਦੇ ਜੀ। ਅਸੀਂ ਤਾਂ ਕਿਸੇ ਨੂੰ ਦੇਖੋ ਕੋਈ ਕਿਸੇ ਨੂੰ ਲੈਟਰ ਨਹੀਂ ਪਾਇਆ, ਇੱਕ ਵੀ ਬੰਦਾ ਕਹਦੇ ਮੈਨੂੰ ਚਿੱਠੀ ਦੇ ਕੇ ਬੁਲਾਇਆ ਹੋਵੇ, ਕਿਸੇ ਨੂੰ ਅਸੀਂ ਟੈਲੀਫੋਨ ਕੀਤਾ ਹੋਵੇ, ਮੈਂ ਕੀਤਾ ਹੋਵੇ, ਪਰਵਿੰਦਰ ਨੇ ਕੀਤਾ ਹੋਵੇ, ਹੋ ਸਕਦਾ ਹੈ ਕਿਸੇ ਨੂੰ ਇੱਕ ਦੋ ਨੂੰ ਵਾਸਤੇ ਜਿਹੜੇ ਬੰਦਿਆਂ ਨੇ ਆਉਣਾ ਹੀ ਸੀਗਾ ਉਹਨੂੰ ਕਿਸੇ ਨੂੰ ਕੀਤਾ ਹੋਵੇ ਭਾਈ ਤੁਸੀਂ ਹੈਗੇ ਹੋ, ਨਹੀਂ ਅਸੀਂ ਕਿਸੇ ਨੂੰ ਟੈਲੀਫੋਨ ਨਹੀਂ ਕੀਤਾ। ਅਖਬਾਰਾਂ ਵਿੱਚ ਆਇਆ ਕਿ ਉੱਥੇ ਮੀਟਿੰਗ ਹੋ ਰਹੀ ਹੈ ਤੇ ਲੋਕੀ ਆ ਗਏ, ਆਪਣੇ ਆਪ ਮੁਹਾਰੇ ਆਏ ਨੇ, ਤੇ ਠੀਕ ਹੈ ਜੇ ਉਹਦਾ ਜਵਾਬ ਦੇਵਾਂਗੇ ਅਸੀਂ, ਜੇ ਮੰਗਣਗੇ। ਹੁਣ FIR ਦਰਜ ਕੀਤੀ ਸਾਡੇ ਖਿਲਾਫ। ਥੈਂਕ ਯੂ। ਇਹ ਸੀਗੇ ਸੁਖਦੇਵ ਸਿੰਘ ਢੀਂਡਸਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਿ ਚੰਡੀਗੜ੍ਹ ਵਿੱਚ ਸੈਕਟਰ 28 'ਚ ਹੈੱਡਕੁਆਟਰ ਹੈ, ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਰਾਣਾ ਸੀਗਾ 1985 ਸੀਗਾ, ਇਹ ਉਸਦੇ ਨਾਮ ਤੇ ਸੀਗਾ, ਇਹ ਤਾਂ ਬਾਅਦ ਚੋਂ ਟ੍ਰਾਂਸਫਰ ਹੋਇਆ। ਉਹਨਾਂ ਦਾ ਦਾਅਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈੱਡਕੁਆਟਰ ਹੈ, ਜਿਹੜੀ ਕਿ ਉਹਨਾਂ ਨੇ ਕੱਲ ਨਵੀਂ ਪਾਰਟੀ ਦੀ ਘੋਸ਼ਣਾ ਕੀਤੀ ਹੈ ਤੇ ਅਸੀਂ ਇਹਨੂੰ ਵਾਪਸ ਲਵਾਂਗੇ। ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਤਖੜੀ ਜਿਹੜਾ ਚੋਣ ਨਿਸ਼ਾਨ ਸੀਗਾ, ਇਹ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਰਾਣਾ ਸੀਗਾ ਉਸਦਾ ਹੀ ਸੀਗਾ, ਔਰ ਇਸ ਦੇ ਲਈ ਉਹ ਕਾਨੂੰਨੀ ਲੜਾਈ ਲੜਨਗੇ। ਦੂਜਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬ੍ਰਹਮਪੁਰਾ ਜੀ ਜਿਹੜੇ ਆ ਉਹਨਾਂ ਦੇ ਵੱਡੇ ਭਰਾ ਹੈ ਤੇ ਉਹ ਉਹਨਾਂ ਲਈ ਹਰ ਸਮਝੌਤਾ ਕਰਨ ਲਈ ਤਿਆਰ ਹੈ। ਤੀਜੀ ਗੱਲ ਉਹਨਾਂ ਨੇ ਇਹ ਕੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਹੁਤ ਬੰਦੇ ਟੁੱਟ ਕੇ ਆਪਣੇ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਨੂੰ ਤਿਆਰ ਬੈਠੇ ਆ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਥੋੜ੍ਹਾ ਜਿਹਾ ਟਾਈਮ ਦਿਓ, ਔਰ ਬਹੁਤ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਜਿਹੜੇ ਸੀਨੀਅਰ ਲੀਡਰਸ ਹੈ ਜਾਂ ਅਦਰ ਕਾਰਜਕਰਤਾ ਹੈ ਉਹ ਟੁੱਟ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ। ਚੌਥੀ ਗੱਲ ਉਹਨਾਂ ਨੇ ਇਹ ਕੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕੱਲ੍ਹ ਵਜੂਦ ਵਿੱਚ ਦੁਬਾਰਾ ਆਇਆ, ਉਹ ਵਿਧਾਨ ਸਭਾ ਚੁਣਾਵ ਦੇ ਨਾਲ ਨਾਲ ਲੋਕ ਸਭਾ ਚੁਣਾਵ ਵੀ ਲੜਨਗੇ। ਢੀਂਡਸਾ ਸਾਹਿਬ ਦਾ ਇਹ ਵੀ ਕਹਿਣਾ ਹੈ ਵੀ SGPC ਚੁਣਾਵ ਹੋ ਸਕਦੇ ਨੇ, ਔਰ ਕੋਈ ਜ਼ਰੂਰੀ ਨਹੀਂ ਹੈ ਜਦ ਕਮਿਸ਼ਨ ਬਣ ਜਾਏ ਤਾਂ ਵਿਧਾਨ ਸਭਾ ਚੁਣਾਵ ਤੋਂ ਪਹਿਲਾਂ SGPC ਚੁਣਾਵ ਹੋ ਜਾਣ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।